पिछले समय दौरान बहुत सारे अजिहे खेतर ने पंजाब ਦੇ ਜਿੱਥੋਂ ਚੰਗਾ ਮਾਲੀਆ ਇਕੱਠਾ ਹੋ ਸਕਦਾਗਾ, ਜਿੱਥੋਂ ਚੰਗਾ ਰੈਵਨਿਊ ਜਿਹੜਾ ਹੈਗਾ ਉਹ ਸਟੇਟ ਨੂੰ ਆ ਸਕਦਾਗਾ, ਉਹ ਉੱਥੇ ਇੱਕ ਨਵੇਂ ਪ੍ਰਕਾਰ ਦੇ ਜਿਹੜੇ ਮਾਫੀਏ ਉਹ ਪੈਦਾ ਹੋਏ ਸੀਗੇ। ਚਾਹੇ ਆਪਾਂ ਟਰਾਂਸਪੋਰਟ ਦੇ ਮਾਫੀਏ ਦੀ ਗੱਲ ਕਰ ਲਈਏ, ਚਾਹੇ ਉਹ ਸ਼ਰਾਬ ਮਾਫੀਏ ਦੀ ਗੱਲ ਕਰ ਲਈਏ, ਚਾਹੇ ਰੇਤ ਮਾਫੀਏ ਦੀ ਗੱਲ ਕਰ ਲਈਏ। ਪੁਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਨੇਗੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ, ਉਹਨਾਂ ਨੇ ਖਜ਼ਾਨੇ ਵੱਲ ਕਦੇ ਧਿਆਨ ਨਹੀਂ ਦਿੱਤਾ ਕਿ ਖਜ਼ਾਨਾ ਕਿਵੇਂ ਤੇ ਕਿੱਥੋਂ ਭਰੂਗਾ। ਸੋ ਕਰਜ਼ਾ ਲੈਂਦੇ ਰਹੇ, ਕਰਜ਼ਾ ਲੈਂਦੇ ਰਹੇ। ਬਿਲਕੁਲ ਹੁਣ ਸਾਨੂੰ ਕਈ ਵਾਰ ਐਸੇ ਕਰਜ਼ੇ ਨੇਗੇ ਜਿਹੜੇ ਉਹ ਵੀ ਸਾਨੂੰ ਕਰਜ਼ਾ ਲੈ ਕੇ ਵਾਪਸ ਕਰਨੇ ਪੈ ਰਹੇ ਨੇਗੇ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਖੇਤਰ ਨੇ ਪੰਜਾਬ ਦੇ ਜਿੱਥੋਂ ਚੰਗਾ ਮਾਲੀਆ ਇਕੱਠਾ ਹੋ ਸਕਦਾਗਾ, ਜਿੱਥੋਂ ਚੰਗਾ ਰੈਵਨਿਊ ਜਿਹੜਾ ਹੈਗਾ ਉਹ ਸਟੇਟ ਨੂੰ ਆ ਸਕਦਾਗਾ, ਉਹ ਉੱਥੇ ਇੱਕ ਨਵੇਂ ਪ੍ਰਕਾਰ ਦੇ ਜਿਹੜੇ ਮਾਫੀਏ ਉਹ ਪੈਦਾ ਹੋਏ ਸੀਗੇ। ਚਾਹੇ ਆਪਾਂ ਟਰਾਂਸਪੋਰਟ ਦੇ ਮਾਫੀਏ ਦੀ ਗੱਲ ਕਰ ਲਈਏ, ਚਾਹੇ ਉਹ ਸ਼ਰਾਬ ਮਾਫੀਏ ਦੀ ਗੱਲ ਕਰ ਲਈਏ, ਚਾਹੇ ਰੇਤ ਮਾਫੀਏ ਦੀ ਗੱਲ ਕਰ ਲਈਏ। ਔਰ ਅਸੀਂ ਬਹੁਤ ਸਾਰੀਆਂ ਪਾਲਿਸੀਆਂ ਸਰਕਾਰ ਹਜੇ 4 ਮਹੀਨੇ ਦਾ ਸਮਾਂ ਹੋਇਆਗਾ, ਬਹੁਤ ਸਾਰੀਆਂ ਪਾਲਿਸੀਆਂ ਸਰਕਾਰ ਬਣਾ ਚੁੱਕੀ ਆ ਔਰ ਬਹੁਤ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇਗੀਆਂ ਪਾਈਪਲਾਈਨ ਦੇ ਵਿੱਚ ਨੇਗੀਆਂ, ਬਣ ਵੀ ਰਹੀਆਂ ਨੇਗੀਆਂ। ਸੋ ਬਿਲਕੁਲ ਅਸੀਂ ਖਜ਼ਾਨੇ ਵਿੱਚ ਜਿੰਨੇ ਪੈਸੇ ਆਉਣੇ ਚਾਹੀਦੇ ਨੇ ਇਮਾਨਦਾਰੀ ਦੇ ਨਾਲ, ਉਹ ਜਦੋਂ ਸਾਰੇ ਪੈਸੇ ਖਜ਼ਾਨੇ 'ਚ ਆਉਣ ਲੱਗ ਜਾਣਗੇ ਤਾਂ ਮੈਂ ਸਮਝਦਾ ਪੰਜਾਬ ਦੇ ਖਜ਼ਾਨੇ ਦੀ ਸਿਹਤ ਵੀ ਠੀਕ ਹੋਊਗੀ, ਪੰਜਾਬ ਦਾ ਖਜ਼ਾਨਾ ਵੀ ਠੀਕ ਹੋਊਗਾ। ਪੁਰਾਣੇ ਲੰਬੇ ਅਰਸੇ ਦੌਰਾਨ ਜਿਹੜੀ ਸਾਡੇ ਵਿੱਤੀ ਹਾਲਾਤ ਸੀਗੇ ਉਹਨਾਂ ਦੇ ਉੱਤੇ ਪੁਰਾਣੀਆਂ ਜਿਹੜੀਆਂ ਸਰਕਾਰਾਂ ਦੀਆਂ ਪੁਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਨੇਗੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ, ਉਹਨਾਂ ਨੇ ਖਜ਼ਾਨੇ ਵੱਲ ਕਦੇ ਧਿਆਨ ਨਹੀਂ ਦਿੱਤਾ ਕਿ ਖਜ਼ਾਨਾ ਕਿਵੇਂ ਤੇ ਕਿੱਥੋਂ ਭਰੂਗਾ। ਇੱਕ ਮਿੰਟ ਮੈਨੂੰ ਲੈਟ ਮੀ ਕੰਪਲੀਟ, ਮੈਂ ਜਵਾਬ ਦੇ ਰਿਹਾ ਵੀ ਕਿੱਥੋਂ ਭਰੂਗਾ। ਸੋ ਕਰਜ਼ਾ ਲੈਂਦੇ ਰਹੇ। ਬਿਲਕੁਲ ਹੁਣ ਸਾਨੂੰ ਕਈ ਵਾਰ ਐਸੇ ਕਰਜ਼ੇ ਨੇਗੇ ਜਿਹੜੇ ਉਹ ਵੀ ਸਾਨੂੰ ਕਰਜ਼ਾ ਲੈ ਕੇ ਵਾਪਸ ਕਰਨੇ ਪੈ ਰਹੇ ਨੇਗੇ। ਪਰ ਲੇਕਿਨ ਸਰਕਾਰ ਨੇ, ਮੈਂ ਜਿਹੜੀ ਪੋਜ਼ਿਟਿਵ ਤੁਹਾਨੂੰ ਗੱਲ ਕਰ ਰਿਹਾ ਕਿ ਸਰਕਾਰ ਕਰਜ਼ਾ ਘੱਟ ਲੈ ਰਹੀ ਆ, ਰੀਪੇ ਮੋੜ ਅਸੀਂ ਵੱਧ ਰਿਹਾ, ਇੱਕ ਸਾਡਾ ਸਰਕਾਰ ਦਾ ਪੋਜ਼ਿਟਿਵ। ਜੇ ਕੰਪੇਅਰ ਕਰੀਏ 2021 ਦੇ ਅੰਕੜਿਆਂ ਦੇ ਮੁਤਾਬਕ ਤਾਂ ਮੈਂ ਸਮਝਦਾ ਬਹੁਤ ਵੱਡਾ ਇੱਕ ਫੇਰ ਬਦਲ ਹੋਇਆਗਾ। ਔਰ ਅਪ੍ਰੈਲ 21 ਦੇ ਵਿੱਚ 2021 ਦੇ ਵਿੱਚ ਅਪ੍ਰੈਲ ਮਹੀਨੇ ਜਿਹੜੀ GST ਦੀ ਕਲੈਕਸ਼ਨ ਸੀਗੀ ਉਹ 1924 ਕਰੋੜ ਰੁਪਏ ਸੀ। ਅਪ੍ਰੈਲ ਮਹੀਨੇ ਦੀ ਮੈਂ ਗੱਲ ਕਰਦਾ 2021 ਦੀ। 2022 ਸਰਕਾਰ ਚੇਂਜ ਹੋਣ ਤੋਂ ਬਾਅਦ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ, ਪਹਿਲੇ ਮਹੀਨੇ 1994 ਬੇਸ਼ੱਕ ਗਰੋਥ ਹੋਈ, ਘੱਟ ਹੋਈ, ਪਰ ਲੇਕਿਨ 3.64% ਦੀ ਗਰੋਥ ਜਿਹੜੀ ਆ ਉਹ ਪਹਿਲੇ ਮਹੀਨੇ ਅਪ੍ਰੈਲ ਦੇ ਪਹਿਲੇ ਮਹੀਨੇ ਜਿਹੜੀ ਆ ਉਹ ਦਰਜ ਕੀਤੀ ਗਈ। ਦੂਸਰਾ ਮਹੀਨਾ ਮਈ ਦਾ ਆਉਂਦਾਗਾ। ਮਈ 2021 ਦੇ ਵਿੱਚ ਪੰਜਾਬ ਦੀ ਜਿਹੜੀ GST ਦੀ ਕਲੈਕਸ਼ਨ ਸੀ ਉਹ 1266 ਕਰੋੜ ਰੁਪਏ ਸੀ। 1266 ਕਰੋੜ ਰੁਪਏ। 2022 ਮਈ ਉਹੀ ਕਲੈਕਸ਼ਨ 1833 ਕਰੋੜ ਰੁਪਈਆ। 1833 ਕਰੋੜ ਰੁਪਈਆ 1266 ਤੋਂ ਵੱਧ ਕੇ 1833 ਕਰੋੜ ਰੁਪਏ ਦੀ ਜਿਹੜੀ ਆ ਉਹ GST ਦੀ ਕਲੈਕਸ਼ਨ ਹੋਈ ਆ। ਔਰ ਲਗਭਗ 44.79% ਦਾ ਵਾਧਾ ਉਹ ਮਈ ਮਹੀਨੇ ਦੇ ਵਿੱਚ ਰਿਕਾਰਡ ਇੱਕ ਵਾਧਾ ਜਿਹੜਾ ਨੋਟ ਕੀਤਾ ਗਿਆ, ਰਿਕਾਰਡ ਵਾਧਾ GST ਦੀ ਕਲੈਕਸ਼ਨ 'ਚ ਹੋਇਆਗਾ। ਇਸੇ ਤਰੀਕੇ ਜੂਨ ਮਹੀਨੇ ਦੀ ਗੱਲ ਕਰਦੇ ਹਾਂ 2021 ਦੇ ਵਿੱਚ 1111 ਕਰੋੜ ਰੁਪਏ ਦੀ ਕਲੈਕਸ਼ਨ ਹੋਈ। ਔਰ ਜੂਨ 2022 'ਚ ਜਿਹੜਾ ਲੰਘਿਆ ਮਹੀਨਾ 1683 ਕਰੋੜ ਦੀ ਜਿਹੜੀ ਆ ਉਹ ਵਾਧਾ ਹੋਇਆ ਔਰ 572 ਕਰੋੜ ਦੀ ਜਿਹੜੀ ਆ ਗਰੋਥ ਹੋਈ ਔਰ 51.49% ਦਾ ਜਿਹੜਾ ਰਿਕਾਰਡ ਵਾਧੇ ਦੀ GST ਕਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ। ਇਸੇ ਤਰ੍ਹਾਂ ਜੁਲਾਈ ਦੀ ਮੈਂ ਗੱਲ ਕਰਦਾ ਕਿਉਂਕਿ ਜੁਲਾਈ ਜਿਹੜਾ ਕੱਲ ਹੀ ਖਤਮ ਹੋਇਆ, ਉਹਦੇ ਵਿੱਚ 2021 ਦੇ ਵਿੱਚ 1533 ਕਰੋੜ ਰੁਪਏ ਦੀ ਕਲੈਕਸ਼ਨ ਸੀ। ਔਰ 2022 ਜੁਲਾਈ ਦੇ ਵਿੱਚ 1733 ਯਾਨੀ ਕਿ 13.5% ਦਾ ਵਾਧਾ ਰਿਕਾਰਡ ਕੀਤਾ ਗਿਆ। ਕੁੱਲ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੇ 4 ਮਹੀਨੇ ਲੰਘੇ ਨੇਗੇ, ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੀ ਆ 24.15% ਦਾ ਇੱਕ ਰਿਕਾਰਡ ਵਾਧਾ ਜਿਹੜਾ ਹੈਗਾ ਉਹ GST ਦੀ ਕਲੈਕਸ਼ਨ ਦੇ ਵਿੱਚ ਹੋਇਆਗਾ। ਔਰ ਇਸ ਤੋਂ ਬਿਨਾਂ
मैं गल करनी चाहांगा कि जिहड़ी CCL लिमिट सीगी, जिहड़ी CCL लिमिट सीगी ਉਹਦਾ ਸਭ ਤੋਂ ਪਹਿਲਾਂ 2017 ਦੇ ਵਿੱਚ CCL ਲਿਮਟ ਦਾ ਸਾਹਮਣੇ ਆਇਆ ਸੀਗਾ 30,584 ਕਰੋੜ ਰੁਪਏ, 30,584 ਕਰੋੜ ਰੁਪਏ ਸੀਗੀ। ਔਰ ਉਹਦੀ ਜਦੋਂ ਲੋਨ 'ਚ ਕਨਵਰਟ ਹੋਇਆ ਉਸ ਸਮੇਂ ਦੀ ਗਵਰਨਮੈਂਟ ਸ਼੍ਰੋਮਣੀ ਅਕਾਲੀ ਦਲ BJP ਦੀ ਗਵਰਨਮੈਂਟ ਨੇ ਕੇਂਦਰ ਸਰਕਾਰ ਨਾਲ ਉਹ ਜਿਹੜਾ ਹੋਇਆ ਸੀ ਉਹਨੂੰ ਲੋਨ 'ਚ ਕਨਵਰਟ ਕੀਤਾ ਤਾਂ 270 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਆ ਉਸ ਸਮੇਂ ਬਣੀ ਔਰ 17 ਸਾਲ ਦੇ ਲੋਨ 'ਚ ਕਨਵਰਟ ਹੋਈ। 2017 ਤੋਂ ਲੈ ਕੇ 2034 ਤੱਕ 2017 ਤੋਂ ਲੈ ਕੇ 2034 ਤੱਕ ਉਹ ਲੋਨ ਜਿਹੜਾ ਹੈਗਾ ਉਹ ਸਰਕਾਰ ਨੇ ਦੇਣਾ ਸੀਗਾ। ਉਹਦੇ ਵਿੱਚ ਸਰਕਾਰ ਨੇ ਨੈਗੋਸ਼ੀਏਸ਼ਨ ਕੀਤੀ, ਗਵਰਨਮੈਂਟ ਆਫ ਇੰਡੀਆ ਦੇ ਨਾਲ ਕੀਤੀ, RBI ਦੇ ਨਾਲ ਕੀਤੀ, ਨੈਗੋਸ਼ੀਏਸ਼ਨ ਕਰਕੇ ਜਿਹੜਾ ਵਿਆਜ 8.25% ਸੀਗਾ, ਜਿਹੜਾ ਵਿਆਜ 8.25% ਸੀਗਾ ਉਹ ਘਟਾ ਕੇ 7.33% ਹੋਇਆ ਔਰ ਲਗਭਗ 3,094 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਪੰਜਾਬ ਨੂੰ ਫਾਇਦਾ ਹੋਇਆ, ਸਾਡੇ ਖਜ਼ਾਨੇ ਨੂੰ ਫਾਇਦਾ ਹੋਇਆ। ਔਰ ਜਿਹੜਾ ਲੋਨ 2034 ਚ ਖਤਮ ਹੋਣਾ ਸੀ, ਜਿਹੜਾ ਲੋਨ ਪੰਜਾਬ ਦਾ 2034 ਚ ਖਤਮ ਹੋਣਾ ਸੀ ਉਹ ਲੋਨ ਜਿਹੜਾ ਹੈਗਾ ਹੁਣ 2033 ਚ ਖਤਮ ਹੋਊਗਾ। ਇੱਕ ਵੱਡੀ ਪ੍ਰਾਪਤੀ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਕੀਤੀ ਆ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤੀ ਆ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਕੁੱਲ ਡੈਟ ਦੀ, ਕਿਉਂਕਿ ਬਹੁਤ ਸਾਰੀਆਂ ਰਿਊਮਰਸ, ਬਹੁਤ ਸਾਰੀਆਂ ਅਫਵਾਹਾਂ ਪੁਰਾਣੀਆਂ ਸਰਕਾਰਾਂ ਦੇ ਲੋਕ, ਪੋਲੀਟੀਕਲ ਪਾਰਟੀਆਂ, ਚਾਹੇ ਅਕਾਲੀ ਦਲ ਆ, ਚਾਹੇ BJP ਆ, ਚਾਹੇ ਕਾਂਗਰਸ ਪਾਰਟੀ ਆ, ਲਗਾਤਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀਆਂ ਨੇਗੀਆਂ। ਪੰਜਾਬ ਦੇ ਵਿੱਚ ਜਿੰਨਾ ਕਰਜ਼ਾ ਸੀਗਾ ਅਪ੍ਰੈਲ ਦੇ ਵਿੱਚ ਅਸੀਂ ਜਿਹੜਾ ਉਹਦੀ ਪ੍ਰਿੰਸੀਪਲ ਅਮਾਉਂਟ ਵਜੋਂ 1362.96% ਵਾਪਸ ਕੀਤਾ, ਇੰਟਰਸਟ 1099 ਕਰੋੜ ਰੁਪਈਆ ਵਾਪਸ ਕੀਤਾ, ਟੋਟਲ ਜਿਹੜਾ 2452 ਜਿਹੜਾ 0.58% ਜਿਹੜਾ ਸੀ ਉਹ ਰਿਟਰਨ ਕੀਤਾ। ਮੇਰਾ ਕਹਿਣ ਦਾ ਭਾਵ ਲਗਭਗ 952.58% ਜਿਹੜਾ ਹੈਗਾ ਅਸੀਂ ਐਡੀਸ਼ਨਲ ਪੇਮੈਂਟ ਕੀਤੀ, ਜਦ ਕਿ ਅਸੀਂ ਲੋਨ ਕਿੰਨਾ ਰੇਜ਼ ਕੀਤਾ, ਮੈਂ ਲੋਨ ਬਾਰੇ ਵੀ ਦੱਸਾਂ ਕਿਉਂਕਿ ਫਿਰ ਤੁਸੀਂ ਸਵਾਲ ਆਊਗਾ। 1500 ਕਰੋੜ ਰੁਪਏ ਦਾ ਲੋਨ ਰੇਜ਼ ਕੀਤਾ, ਵਾਪਸ ਕਿੰਨਾ ਕੀਤਾ 2452.58 ਜਿਹੜਾ ਹੈਗਾ ਪੈਸੇ। ਇਸੇ ਤਰ੍ਹਾਂ ਮਈ ਦੀ ਗੱਲ ਕਰ ਲਈਏ, ਜੂਨ ਦੀ ਗੱਲ ਕਰ ਲਈਏ, ਜੁਲਾਈ ਦੀ ਗੱਲ ਕਰ ਲਈਏ, ਐਂਡ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪ੍ਰਿੰਸੀਪਲ ਅਮਾਉਂਟ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜਾ ਪੰਜਾਬ ਸਰਕਾਰ ਤੇ ਕਰਜ਼ਾ ਗਾ ਜਿਹੜਾ ਪੁਰਾਣੀਆਂ ਸਰਕਾਰਾਂ ਨੇ ਵੀ ਲਿਆ ਹੋਇਆ ਔਰ ਉਹਦੇ ਵਿੱਚੋਂ 5520.34 ਕਰੋੜ ਰੁਪਈਆ ਜਿਹੜਾ ਸੀਗਾ ਉਹ ਸੀ ਪ੍ਰਿੰਸੀਪਲ ਅਮਾਉਂਟ ਜਿਹੜੀ ਆ ਉਹ ਪੁਰਾਣੇ ਕਰਜ਼ੇ ਦੀ ਪੰਜਾਬ ਸਰਕਾਰ ਨੇ ਇਹਨਾਂ 4 ਮਹੀਨਿਆਂ ਦੇ ਦੌਰਾਨ ਪੇ ਕੀਤੀ ਆ। 5520 5520 ਇਸੇ ਤਰ੍ਹਾਂ ਇੰਟਰਸਟ ਸੀ ਜਿਹੜਾ, ਕਿਉਂਕਿ ਇੰਟਰਸਟ ਵੀ ਲਗਭਗ 3.25 ਲੱਖ ਕਰੋੜ ਦਾ ਇੰਟਰਸਟ ਵੀ ਲਗਭਗ ਬਰਾਬਰ ਹੀ ਹੋ ਜਾਂਦਾਗਾ, ਪਰ 4846 ਕਰੋੜ ਰੁਪਈਆ ਜਿਹੜਾ ਹੈਗਾ ਅਸੀਂ ਇੰਟਰਸਟ ਇਹਨਾਂ 4 ਮਹੀਨਿਆਂ ਦੇ ਦੌਰਾਨ ਉਸ ਲੋਨ ਦਾ ਜਿਹੜਾ ਹੈਗਾ ਉਹ ਵਾਪਸ ਕੀਤਾਗਾ। ਕਹਿਣ ਦਾ ਭਾਵ ਕੁੱਲ ਟੋਟਲ ਅਸੀਂ 10,366, ਇਹ ਪੰਜਾਬ ਗਵਰਨਮੈਂਟ ਦਾ, ਕਿਉਂਕਿ ਬਹੁਤ ਸਾਰੀਆਂ ਹੋਰ ਕਾਰਪੋਰੇਸ਼ਨ ਵੀ ਨੇਗੀਆਂ, ਪੰਜਾਬ ਗਵਰਨਮੈਂਟ ਦਾ 10,366 ਕਰੋੜ ਰੁਪਈਆ ਜਿਹੜਾ ਹੈਗਾ ਉਹ ਪ੍ਰਿੰਸੀਪਲ ਅਮਾਉਂਟ ਅਤੇ ਇੰਟਰਸਟ ਵਜੋਂ ਗਵਰਨਮੈਂਟ ਆਫ ਇੰਡੀਆ ਨੂੰ ਜਿਹੜਾ ਰੀਪੇ ਕੀਤਾਗਾ। ਲੋਨ ਕਿੰਨਾ ਲਿਆ? ਲੋਨ ਅਸੀਂ ਲਿਆ ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ 8100 ਕਰੋੜ ਰੁਪਈਆ। ਵਾਪਸ ਕਿੰਨੇ ਕੀਤੇ? 10,366। ਲੋਨ ਕਿੰਨਾ ਰੇਜ਼ ਕੀਤਾ? 8100 ਕਰੋੜ ਰੁਪਈਆ। ਯਾਨੀ ਕਿ ਸਰਕਾਰ ਨੇ ਆਪਣੇ ਰੈਵਨਿਊ ਸੋਰਸਸ ਪੈਦਾ ਕਰਕੇ, ਆਪਣੀ GST ਦੀ ਕਲੈਕਸ਼ਨ ਵਧਾ ਕੇ, ਆਪਣੀ ਐਕਸਾਈਜ਼ ਦੀ ਪਾਲਿਸੀ ਦੀ ਜਿਹੜੀ ਉੱਥੋਂ ਪੈਸੇ ਇਕੱਠੇ ਕਰਕੇ ਉਹ ਉਸ ਪਾਲਿਸੀ ਨੂੰ ਬਣਾ ਕੇ ਲਗਭਗ 2266 ਕਰੋੜ ਰੁਪਈਆ 2266 ਕਰੋੜ ਰੁਪਈਆ ਜਿਹੜਾ ਹੈਗਾ ਵਾਧੂ ਡੈਟ ਦੀ ਸਰਵਿਸ ਕੀਤੀ
ਕਰਜ਼ੇ ਦਾ ਵਿਆਜ ਵੀ ਮੋੜਿਆ ਅਤੇ ਕਰਜ਼ਾ ਵੀ ਮੋੜਿਆ। ਇਹ ਜਿਹੜੀ ਆ ਲੋਨ ਦੀ ਸਿਚੁਏਸ਼ਨ ਆ। ਇਸੇ ਤਰ੍ਹਾਂ ਸਰਕਾਰ ਨੇ ਹੁਣ ਤੱਕ 4 ਮਹੀਨਿਆਂ ਦੇ ਦੌਰਾਨ ਜਿਹੜੀਆਂ ਵੱਖ-ਵੱਖ ਪਹਿਲ ਕਦਮੀਆਂ ਕਰਦੇ ਹੋਏ ਵੱਖ-ਵੱਖ ਸਕੀਮਾਂ ਦੇ ਉੱਤੇ ਜਿਹੜੀ ਆਰਥਿਕ ਤੌਰ ਤੇ ਪੈਕੇਜ ਦਿੱਤੇ ਜਾਂ ਆਰਥਿਕ ਤੌਰ ਤੇ ਸਹਾਇਤਾ ਦਿੱਤੀ ਡਿਪਾਰਟਮੈਂਟਸ ਨੂੰ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਕੋਆਪਰੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਬੈਂਕ ਆ ਪੰਜਾਬ ਸਟੇਟ ਐਗਰੀਕਲਚਰ ਕੋਆਪਰੇਸ਼ਨ ਬੈਂਕ PSACB ਜਿਹੜੇ ਤੇ ਮੈਂ ਸਮਝਦਾ ਬਹੁਤ ਵੱਡਾ ਕਰਜ਼ਾ ਚੜਿਆ ਹੋਇਆ ਸੀਗਾ, ਔਰ ਇਹ ਜਿਹੜਾ ਬੈਂਕ ਆ ਸਿੱਧੇ ਤੌਰ ਤੇ ਪੰਜਾਬ ਦੇ ਫਾਰਮਰ ਦੇ ਨਾਲ ਜੁੜਿਆਗਾ, ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜਿਆਗਾ, ਕਿਸਾਨਾਂ ਨਾਲ ਸੰਬੰਧਿਤ ਲੋਕਾਂ ਨਾਲ ਜੁੜਿਆ ਹੋਇਆਗਾ, ਜਿਹੜੇ ਕਿਸਾਨਾਂ ਨੂੰ ਕਰਜ਼ੇ ਦਿੰਦਾ ਉਹ ਬੈਂਕ ਹੈਗਾ। ਔਰ ਇਹਨੂੰ ਪਹਿਲਾਂ ਫਸਟ ਤੌਰ ਤੇ ਜਿਹੜਾ ਹੈਗਾ 500 ਕਰੋੜ ਰੁਪਏ ਦਾ ਬਜਟ ਅਸੀਂ ਰੱਖਿਆ ਸੀਗਾ, ਔਰ ਅਸੀਂ 525 ਕਰੋੜ ਰੁਪਏ ਦੇ ਕੇ ਜਿਹੜਾ ਇਹ ਬੈਂਕ ਆ PSAB ਜਿਹੜਾ ਇਹਨੂੰ ਅਸੀਂ ਬੇਲ ਆਊਟ ਕੀਤਾਗਾ। ਯਾਨੀ ਇਸ ਬੈਂਕ ਨੂੰ ਅਸੀਂ NPA ਹੋਣ ਤੋਂ ਪੰਜਾਬ ਸਰਕਾਰ ਨੇ ਬਚਾਇਆਗਾ। ਇੱਕ ਵੱਡੀ ਸਹਾਇਤਾ ਜਿਹੜੀ ਆ ਉਹ ਪੰਜਾਬ ਸਟੇਟ ਐਗਰੀਕਲਚਰ ਕੋਆਪਰੇਟਿਵ ਬੈਂਕ ਨੂੰ ਪੰਜਾਬ ਸਰਕਾਰ ਵੱਲੋਂ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੀ ਦਿੱਤੀ ਗਈ ਆ। ਇਸੇ ਤਰ੍ਹਾਂ ਜਿਹੜੀ ਪੈਨਸ਼ਨਰ ਸੀ, ਇਸੇ ਬੈਂਕ ਦੇ ਪੈਨਸ਼ਨਰ ਲਗਭਗ ਜਿਨ੍ਹਾਂ ਨੇ 2010 ਚ ਪੈਨਸ਼ਨਰ ਜਿਨ੍ਹਾਂ ਨੇ 2010 ਦੇ ਵਿੱਚ ਆਪਣਾ ਕੇਸ ਮਾਨਯੋਗ ਸੁਪਰੀਮ ਕੋਰਟ ਤੋਂ ਜਿੱਤ ਚੁੱਕੇ ਸੀ, ਪੈਨਸ਼ਨ ਨਾਲ ਸੰਬੰਧਿਤ ਕੇਸ ਸੀਗਾ, ਔਰ 2010 ਤੋਂ ਲੈ ਕੇ ਕਿਸੇ ਵੀ ਗਵਰਨਮੈਂਟ ਨੇ, ਜਿੰਨੀਆਂ ਵੀ ਗਵਰਨਮੈਂਟਾਂ ਪੰਜਾਬ ਚ ਰਹੀਆਂ, ਸ਼੍ਰੋਮਣੀ ਅਕਾਲੀ ਦਲ BJP ਦੀ ਗਵਰਨਮੈਂਟ ਰਹੀ, ਕਾਂਗਰਸ ਪਾਰਟੀ ਦੀ ਗਵਰਨਮੈਂਟ ਪੰਜਾਬ ਚ ਰਹੀ, ਕਿਸੇ ਨੇ ਮੁਲਾਜ਼ਮਾਂ ਦੀ ਬਾਹ ਨਹੀਂ ਫੜੀ। ਔਰ ਪਹਿਲੀ ਵਾਰ ਹੋਇਆ ਕਿ 188 ਕਰੋੜ ਰੁਪਏ ਦੀ ਉਹਨਾਂ ਦੀ ਲਾਇਬਿਲਿਟੀ ਸੀ, 188 ਕਰੋੜ ਦੀ ਪੂਰੀ ਲਾਇਬਿਲਿਟੀ ਜਿਹੜੀ ਆ ਉਹ ਸਰਕਾਰ ਵੱਲੋਂ ਨਿਭਾ ਦਿੱਤੀ ਗਈ ਆ। ਅਸੀਂ ਆਪਣੇ ਵੱਲੋਂ ਸਾਰੇ ਪੈਸੇ ਉਹ ਜਾਰੀ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਸ਼ੂਗਰ ਕੇਨ ਦੇ ਪੈਸੇ ਸੀ, ਉਹ ਵੀ ਕੋਆਪਰੇਸ਼ਨ ਡਿਪਾਰਟਮੈਂਟ ਦੇ ਅੰਦਰ ਆਉਂਦਾਗਾ। ਉਹਦੇ ਵਿੱਚ ਅਸੀਂ ਬਜਟ ਦੇ ਵਿੱਚ 200 ਕਰੋੜ ਦਾ ਪ੍ਰਬੰਧ ਕੀਤਾ ਸੀਗਾ। ਅਸੀਂ ਉਹਦੇ ਵਿੱਚੋਂ 100 ਕਰੋੜ ਰੁਪਇਆ ਜਿਹੜਾ ਹੈਗਾ ਉਹ ਤੁਰੰਤ ਫਾਰਮਰ ਦੇ ਖਾਤਿਆਂ ਦੇ ਵਿੱਚ ਭੇਜ ਚੁੱਕੇ ਆ। ਜਿਹੜੇ ਮਿਲ ਨੇਗੇ ਜਾਂ ਜਿਹੜਾ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹਨਾਂ ਨੂੰ ਜਾਰੀ ਕਰ ਚੁੱਕੇ ਆ, ਤਾਂ ਕਿ ਜਿਹੜਾ ਹੈਗਾ ਫਾਰਮਰ ਨੂੰ ਉਹਨਾਂ ਦਾ ਪੈਸਾ ਮਿਲ ਸਕੇ। ਇਸੇ ਤਰ੍ਹਾਂ ਪੰਜਾਬ ਦੀ ਇੱਕ ਹੋਰ ਵੱਡੀ ਕਾਰਪੋਰੇਸ਼ਨ ਜਿਹੜੀ ਮੈਂ ਸਮਝਦਾ ਫਿਰ ਇੱਕ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਆ, ਪਨਸਪ ਦੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਕਰਜ਼ਾ ਸੀਗਾ, ਉਹ ਵੀ ਜਿਹੜਾ NPA ਹੋ ਰਿਹਾ ਸੀਗਾ, ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ 350 ਕਰੋੜ ਦੇ ਵਿੱਚੋਂ ਜਾਰੀ ਕਰ ਰਹਾਂਗੇ। ਪਰ ਲੇਕਿਨ ਮੈਂ ਸਪਸ਼ਟ ਕਰਦਾ ਕਿ 50 ਕਰੋੜ ਦੀ ਪਹਿਲੀ ਕਿਸ਼ਤ ਜਿਹੜੀ ਆ ਅਸੀਂ ਉਹ ਵੀ ਜਿਹੜੀ ਕਾਰਪੋਰੇਸ਼ਨ ਨੂੰ ਜਾਰੀ ਕਰ ਚੁੱਕੇ ਹਾਂ ਪਨਸਪ ਨੂੰ, ਤਾਂ ਕਿ ਉਹ ਆਪਣੀਆਂ ਜਿਹੜੀਆਂ ਲਾਇਬਿਲਿਟੀਜ਼ ਨੇ ਉਹਨਾਂ ਤੋਂ ਸੁਰੱਖਿਅਤ ਹੋਵੇ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਜਿਹੜੀ ਨਵੀਂ ਸਕੀਮ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਲਾਂਚ ਕੀਤੀ ਸੀ ਮੂੰਗ ਦਾਲ ਦੀ ਕਲਟੀਵੇਸ਼ਨ ਦੀ, ਕਿ ਮੂੰਗ ਦਾਲ ਦੀ ਕਲਟੀਵੇਸ਼ਨ ਤੀਜੀ ਫਸਲ ਦੇ ਲਈ ਪੰਜਾਬ ਦੇ ਕਿਸਾਨ ਨੂੰ ਉਤਸ਼ਾਹਿਤ ਕੀਤਾ ਸੀ, ਔਰ ਉਹਦੇ ਲਈ ਅਸੀਂ 100 ਕਰੋੜ ਰੁਪਏ ਦਾ ਬੰਦ ਕੀਤਾ ਸੀਗਾ। ਔਰ ਉਹ 100 ਕਰੋੜ ਦੇ ਵਿੱਚੋਂ 66.56 ਕਰੋੜ ਰੁਪਇਆ ਜਿਹੜਾ ਹੈਗਾ ਅਸੀਂ ਉਹ ਜਾਰੀ ਕਰ ਚੁੱਕੇ ਹਾਂਗੇ, ਔਰ ਰਹਿੰਦੀ ਜਿਹੜੀ ਅਮਾਊਂਟ ਹੈਗੀ ਉਹ ਵੀ ਬੜੀ ਜਲਦੀ ਅਸੀਂ ਜਾਰੀ ਕਰ ਦਿਆਂਗੇ। ਇਸੇ ਤਰ੍ਹਾਂ ਜਿਹੜਾ ਡਾਇਰੈਕਟ ਸਿੱਧੀ ਬਿਜਾਈ, ਕਿਸਾਨਾਂ ਨੂੰ ਪਾਣੀ, ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਜਨਾ ਜਿਹੜੀ ਆ ਬਣਾ ਕੇ ਪੰਜਾਬ ਦੇ ਕਿਸਾਨ ਦੇ ਸਾਹਮਣੇ, ਪੰਜਾਬ ਦੇ ਫਾਰਮਰ ਦੇ ਸਾਹਮਣੇ ਰੱਖੀ ਸੀ ਕਿ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰੋ, DSR ਟੈਕਨੀਕ ਦੇ ਰਾਹੀਂ ਬਿਜਾਈ ਕਰੋ, ਸਰਕਾਰ ਤੁਹਾਨੂੰ 1500 ਪ੍ਰਤੀ ਏਕੜ ਮੁਆਵਜ਼ਾ ਦੇਊਗੀ। ਔਰ ਉਹਦੇ ਵਿੱਚ ਵੀ ਅਸੀਂ 450 ਕਰੋੜ ਦਾ ਜਿਹੜਾ ਉਹ ਬੰਦ ਕੀਤਾਗਾ, ਔਰ ਰਾਸ਼ੀ ਜਿਹੜੀ ਆ ਉਹ ਜਾਰੀ ਹੋ ਰਹੀ ਆ। ਇਸੇ ਤਰ੍ਹਾਂ ਪਾਵਰ ਦੀ ਗੱਲ ਆ, ਉਹ ਅਸੀਂ ਸਪਲਾਈ ਕਰ ਚੁੱਕੇ ਹਾਂ। ਸੋ ਮੇਰਾ ਕਹਿਣ ਦਾ ਭਾਵ ਆ ਸਰਕਾਰ ਨੇ ਹੁਣ ਤੱਕ GST ਦੇ ਵਿੱਚ ਪਹਿਲੀ ਵਾਰ ਹੋਇਆਗਾ ਕਿ 24.15% ਦਾ ਵਾਧਾ ਜਿਹੜਾ ਉਹ ਨੋਟ ਕੀਤਾਗਾ, 24.15% ਦਾ ਵਾਧਾ ਪਹਿਲੀ ਵਾਰ ਹੋਇਆਗਾ। ਔਰ ਡੈਟ ਦੀ ਸਰਵਿਸ, ਲੋਨ ਦੀ ਸਰਵਿਸ ਹੋਈ ਆ, ਲੋਨ ਵੱਧ ਮੋੜਿਆ ਗਿਆ, ਲੋਨ ਦੀ ਸਰਵਿਸ ਜਿਹੜੀ ਆ ਵੱਧ ਕੀਤੀ ਗਈ ਆ, ਲੋਨ ਨਵਾਂ ਜਿਹੜਾ ਘੱਟ ਲਿਆ ਗਿਆ ਹੈਗਾ। ਸੋ ਮੇਰਾ ਕਹਿਣ ਦਾ ਭਾਵ ਸਰਕਾਰ ਜਿਹੜੀ ਆ ਇੱਕ ਪ੍ਰੋਗਰੈਸਿਵ ਅੱਗੇ ਵਧ ਰਹੀ ਆ, ਔਰ ਬਿਲਕੁਲ ਉਸ ਦਿਸ਼ਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਡਾਇਰੈਕਸ਼ਨ ਦੇ ਤਹਿਤ ਅਸੀਂ ਪੈਸਾ ਵੀ ਬਚਾ ਰਹੇ ਹਾਂ, ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਹਾਂ। ਇੱਕ ਪਾਸੇ ਪਹਾੜ ਜਿੱਡਾ ਵੱਡਾ
ਕਰਜ਼ਾ ਵੀ ਦਿਖਾਈ ਦੇ ਰਿਹਾ, ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਜਿੰਨੀਆਂ ਕਮਿਟਮੈਂਟਸ ਸਾਡੀ ਪਾਰਟੀ ਵੱਲੋਂ, ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਕੀਤੀਆਂ ਗਈਆਂ ਸੀ, ਉਹ ਸਾਰੀਆਂ ਕਮਿਟਮੈਂਟਸ ਅਸੀਂ ਪੂਰੀਆਂ ਵੀ ਕਰ ਰਹੇ ਹਾਂ ਔਰ ਲੋਨ ਵੀ ਪੇ ਕਰ ਰਹੇ ਹਾਂਗੇ। ਧੰਨਵਾਦ ਜੀ। ਸੀਨਾ ਸਾਹਿਬ, ਮੇਰਾ ਸਵਾਲ ਹੈ ਜੀ, ਹੁਣ ਕਿਉਂਕਿ ਜੀਐਸਟੀ ਕੰਪਨਸੇਸ਼ਨ ਬੰਦ ਹੋ ਜਾਣਾ ਤੇ ਉਹਦਾ ਅਲਟਰਨੇਟਿਵ ਤੁਸੀਂ ਕੀ ਲੱਭਿਆ? ਦੂਜੀ ਗੱਲ ਹੈ ਕਿ ਜੂਨ ਤੱਕ ਜਿਹੜੇ ਤੁਹਾਡੇ ਫਿਸਕਲ ਇੰਡੀਕੇਟਰ ਹੈ ਉਹ ਸ਼ੋਅ ਕਰ ਰਿਹਾ ਕਿ ਸ਼ਰਾਬ ਤੋਂ ਵੀ ਤੁਹਾਡੀ ਆਮਦਨ ਘਟੀ ਹੈ, ਤੁਹਾਡੀ ਪੈਟਰੋਲ ਤੋਂ ਵੀ ਆਮਦਨ 5% ਘਟੀ ਹੈ। ਉਹਦਾ ਕੀ ਕਾਰਨ ਹੈ? ਉਹ ਕਿਉਂ ਘਟੀ? ਉਹ ਜਿਹੜੀ ਜੂਨ ਦੇ ਮਹੀਨੇ ਇਹ ਜੀ ਪੰਜਾਬ ਦੇ ਜਿਹੜੇ ਆਡਿਟ ਜਿਹੜੀ ਕੈਗ ਦੀ ਰਿਪੋਰਟ ਉਹਦੇ ਵਿੱਚ ਇਹ ਆਇਆ ਕਿ ਤੁਹਾਡੀ ਇਨਕਮ ਘਟੀ ਹੈ। ਦੇਖੋ, ਸ਼ਰਾਬ ਦੀ ਜਿਹੜੀ ਇਨਕਮ ਆ ਉਹ ਨਹੀਂ ਘਟੀ ਹੈਗੀ। ਸ਼ਰਾਬ ਦੀ ਇਨਕਮ ਪਹਿਲੀ ਵਾਰ ਹੋਇਆ ਕਿ ਐਕਸਾਈਜ਼ ਪਾਲਿਸੀ ਦੇ ਰਾਹੀਂ ਸਾਡੀ ਇਨਕਮ ਜਿਹੜੀ ਆ ਉਹ ਵੱਧ ਰਹੀ ਆ, ਕਿਉਂਕਿ ਕਈ ਕਿਸ਼ਤਾਂ ਹੁੰਦੀਆਂ ਨੇਗੀਆਂ, ਕਿਸੇ ਦੀ ਕਿਸ਼ਤਾਂ ਆਉਣੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਅਲਾਟ ਕੀਤੇ ਨੇਗੇ, ਬੈਂਡਸ ਅਲਾਟ ਕੀਤੇ ਨੇ, ਠੇਕੇ ਅਲਾਟ ਕੀਤੇ ਨੇਗੀਆਂ, ਉਹਨਾਂ ਦੇ ਕਿਸ਼ਤਾਂ ਜਿਹੜੀਆਂ ਨੇਗੀਆਂ ਉਹ ਬਿਲਕੁਲ ਆ ਰਹੀਆਂ ਨੇ, ਡੀ ਕੋਰਸ ਆ ਰਹੀਆਂ ਨੇਗੀਆਂ। ਇਸ ਦੇ ਵਿੱਚੋਂ ਪਹਿਲੀ ਵਾਰ ਹੋਇਆਗਾ ਕਿ ਲਗਭਗ 20 ਸਾਲਾਂ ਬਾਅਦ ਐਕਸਾਈਜ਼ ਪਾਲਿਸੀ 'ਚ ਵੱਡਾ ਇੱਕ ਬਦਲਾਅ ਆਇਆਗਾ। ਉਸ ਬਦਲਾਅ ਦੇ ਤਹਿਤ ਸਾਡੀ ਇਨਕਮ ਦੇ ਵਿੱਚ ਇਜ਼ਾਫਾ ਹੋ ਰਿਹਾਗਾ। ਔਰ ਦੂਜਾ ਤੁਹਾਡਾ ਕੀ ਸਵਾਲ? ਦੂਸਰਾ ਜਿਹੜਾ ਜੀਐਸਟੀ ਕੰਪਨਸੇਸ਼ਨ ਬੰਦ, ਹਾਂ, ਜੀਐਸਟੀ ਕੰਪਨਸੇਸ਼ਨ ਤੋਂ ਬੰਦ ਹੋਇਆ। ਲਾਸਟ ਜਿਹੜੀ ਮੀਟਿੰਗ ਸੀ ਜਿਹੜੀ ਜੀਐਸਟੀ ਕੌਂਸਲ ਦੀ ਮੀਟਿੰਗ ਸੀ, ਉਹਨੂੰ ਪੰਜਾਬ ਨੇ ਹੋਸਟ ਕੀਤਾ, ਹਰਿਆਣਾ ਨੇ ਹੋਸਟ ਕੀਤਾ, ਚੰਡੀਗੜ੍ਹ ਨੇ, ਅਸੀਂ ਸਾਰੇ ਕੋ ਹੋਸਟ ਸੀਗੇ ਉਸ ਮੀਟਿੰਗ ਦੇ ਵਿੱਚ। ਉਸ ਮੀਟਿੰਗ ਦੇ ਵਿੱਚ ਜੀਐਸਟੀ ਜਿਹੜੀ ਆ ਖਤਮ ਜਿਹੜੀ ਹੋਈ ਕੰਪਨਸੇਸ਼ਨ ਖਤਮ ਹੋਇਆਗਾ। ਉਹਦਾ ਮੁੱਦਾ ਪੰਜਾਬ ਵੱਲੋਂ ਉਸ ਜੀਐਸਟੀ ਕੌਂਸਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ, ਕਿਉਂਕਿ ਜੀਐਸਟੀ ਕੌਂਸਲ ਦਾ ਮੈਂਬਰ ਆਂਗਾ, ਉਸ ਦੇ ਵਿੱਚ ਰੇਜ਼ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੀਐਸਟੀ ਕੰਪਨਸੇਸ਼ਨ ਰਜੀਮ ਨੂੰ ਜਿਹੜਾ ਹੈਗਾ ਹੋਰ ਵਧਾਇਆ ਜਾਵੇ, ਕਿਉਂਕਿ ਹਜੇ ਸਟੇਟਾਂ ਜਿਹੜੀਆਂ ਨੇਗੀਆਂ, ਰਾਜ ਜਿਹੜੇ ਨੇਗੇ, ਉਹ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਖੜੇ ਨਹੀਂ ਹੋਏ ਹੈਗੇ। ਰਾਜਾਂ ਨੂੰ ਹੋਰ ਸਮਾਂ ਚਾਹੀਦਾਗਾ। ਔਰ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਰਾਜਾਂ ਨੇਗੀਆਂ, ਬਹੁਤ ਸਾਰੇ ਹੋਰ ਸਾਡੇ ਜਿਹੜੇ ਰਾਜ ਨੇਗੇ ਸਟੇਟ ਦੇ, ਉਹਨਾਂ ਨੇ ਵੀ ਜਿਹੜੀ ਆ ਇਹ ਮੰਗ ਰੇਜ਼ ਕੀਤੀ ਸੀਗੀ। ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਮਾਨਯੋਗ ਨਿਰਮਲਾ ਸੀਤਾਰਮਨ ਜੀ, ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਵਿਚਾਰ ਕਰ ਰਹੇ ਹਾਂਗੇ, ਪਰ ਲੇਕਿਨ ਹਜੇ ਗਵਰਨਮੈਂਟ ਆਫ ਇੰਡੀਆ ਨੇ ਕੋਈ ਡਿਸੀਜਨ ਨਹੀਂ ਲਿਆ। ਪਰ ਲੇਕਿਨ ਮੈਂ ਸੱਚ ਕਹਿਣਾਗਾ ਕਿ ਇਹ ਸਮਾਂਗਾ ਪੰਜਾਬ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ, ਆਪਣੀ ਜਿਹੜੀ ਆ ਕਲੈਕਸ਼ਨ ਨੂੰ ਠੀਕ ਕਰਨ ਦਾ, ਜਿੱਥੇ ਕਿਤੇ ਚੋਰ ਮੋਰੀਆਂ ਨੂੰ ਬੰਦ ਕਰਨ ਦਾ, ਉਹ ਬਿਲਕੁਲ ਉਸ ਡਾਇਰੈਕਸ਼ਨ ਵੱਲ ਸਰਕਾਰ ਜਿਹੜੀ ਆ ਕੰਮ ਕਰ ਰਹੀ ਹੈਗੀ। ਬਿਲਕੁਲ ਪੈਰਾਂ ਤੇ ਖੜੇ ਹੋਵਾਂਗੇ। ਪਰ ਲੇਕਿਨ ਅਫਸੋਸ, ਪਿਛਲੇ 50 ਸਾਲਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਰਹੀ, ਇੱਕ ਵੀ ਯਤਨ ਨਹੀਂ ਕੀਤਾ ਗਿਆ ਕਿ ਪੰਜਾਬ ਨੂੰ ਪੈਰਾਂ ਤੇ ਕਿਵੇਂ ਖੜੇ ਕਰਨਾਗਾ। ਸਿਰਫ ਤੇ ਸਿਰਫ ਡਿਪੈਂਡ ਕਰਦੇ ਰਹੇ ਜੀਐਸ ਜਿਹੜਾ ਹੈ ਕੰਪਨਸੇਸ਼ਨ ਦੇ ਉੱਤੇ। ਹੁਣ ਜਿਹੜਾ ਕੰਪਨਸੇਸ਼ਨ ਬੰਦ ਹੋ ਗਿਆ, ਪਰ ਲੇਕਿਨ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ, ਸਾਰੇ ਅਫਸਰ ਸਾਹਿਬਾਨ ਦੀ, ਮੇਰੀ ਡਿਊਟੀ ਲਾਈ ਆ। ਅਸੀਂ ਹਰੇਕ ਖਿੱਤੇ ਦੇ ਵਿੱਚ ਆਪਣੀ ਜਿਹੜੀ ਆ ਕਲੈਕਸ਼ਨ ਵੀ ਵਧਾ ਰਹੇ ਹਾਂ ਬਗੈਰ ਕੋਈ ਨਵਾਂ ਟੈਕਸ ਲਾਏ। ਸਭ ਤੋਂ ਵੱਡੀ ਗੱਲ ਆ ਕਿ ਬਗੈਰ ਕੋਈ ਟੈਕਸ ਲਾਏ ਜਿਹੜੀ ਆ 24% ਦੀ ਗਰੋਥ ਹੋਈ ਆ। ਇੱਕ ਬਹੁਤ ਹੀ ਰਿਮਾਰਕੇਬਲ ਜਿਹੜਾ ਸਟੈਪ ਆ ਸਰਕਾਰ ਦਾ। ਜੋ ਸਰਕਾਰ ਬਣਦੀ ਹੈ ਉਹ ਕਰਜ਼ਾ ਲੈਂਦੀ ਹੈ। ਤੁਸੀਂ ਵੀ ਜਦੋਂ ਮਾਂ ਸਰਕਾਰ ਬਣੀ, ਜਦੋਂ 1500 ਕਰੋੜ 1000 ਕਰੋੜ, ਇਹ ਤੁਸੀਂ ਮੰਨਦੇ ਕੋਈ ਕਰਜ਼ੇ ਬਗੈਰ ਸਰਕਾਰ ਨਹੀਂ ਕਰ ਸਕਦੀ, ਕਿਉਂਕਿ ਤੁਸੀਂ ਵੀ ਆਂਦੇ ਸਾਰ ਹੀ ਜਿਹੜੀ ਹੈ ਤੁਹਾਨੂੰ ਕਰਜ਼ਾ ਲੈਣਾ ਪਿਆ। 1500 ਅਲੱਗ-ਅਲੱਗ ਕਰਕੇ ਤਕਰੀਬਨ ਉਹ ਕਹਿੰਦੇ ਵੱਧ ਹੀ ਰਿਹਾ ਹੈ। ਕਾਰਨ ਕੀ ਹੈ? ਕੋਈ ਆਪਾਂ ਕੀ ਆਪਣਾ ਕਰਜ਼ੇ ਵਗੈਰਾ ਆਪਣਾ ਹੋਏਗਾ ਨਹੀਂ, ਆਪਣੀ ਸੋਰਸ ਕਦੋਂ ਪੈਦਾ ਹੋਣਗੇ? ਦੇਖੋ, ਬਿਲਕੁਲ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਖੇਤਰ ਨੇ ਪੰਜਾਬ ਦੇ ਜਿੱਥੋਂ ਚੰਗਾ ਮਾਲੀਆ ਇਕੱਠਾ ਹੋ ਸਕਦਾਗਾ, ਜਿੱਥੋਂ ਚੰਗਾ ਰੈਵਨਿਊ ਜਿਹੜਾ ਹੈਗਾ ਉਹ ਸਟੇਟ ਨੂੰ ਆ ਸਕਦਾਗਾ। ਉੱਥੇ ਇੱਕ ਨਵੇਂ ਪ੍ਰਕਾਰ ਦੇ ਜਿਹੜੇ ਮਾਫੀਏ ਉਹ ਪੈਦਾ ਹੋਏ ਸੀਗੇ। ਚਾਹੇ ਆਪਾਂ ਟਰਾਂਸਪੋਰਟ ਦੇ ਮਾਫੀਏ ਦੀ ਗੱਲ ਕਰ ਲਈਏ, ਚਾਹੇ ਉਹ ਸ਼ਰਾਬ ਮਾਫੀਏ ਦੀ ਗੱਲ ਕਰ ਲਈਏ, ਚਾਹੇ ਰੇਤ ਮਾਫੀਏ ਦੀ ਗੱਲ ਕਰ ਲਈਏ। ਔਰ ਅਸੀਂ ਬਹੁਤ ਸਾਰੀਆਂ ਪਾਲਿਸੀਆਂ ਸਰਕਾਰ, ਹਜੇ 4 ਮਹੀਨੇ ਦਾ ਸਮਾਂ ਹੋਇਆਗਾ, ਬਹੁਤ ਸਾਰੀਆਂ ਪਾਲਿਸੀਆਂ ਸਰਕਾਰ ਬਣਾ ਚੁੱਕੀ ਆ। ਔਰ ਬਹੁਤ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇਗੀਆਂ ਪਾਈਪਲਾਈਨ ਦੇ ਵਿੱਚ ਨੇਗੀਆਂ, ਬਣ ਵੀ ਰਹੀਆਂ ਨੇਗੀਆਂ। ਸੋ ਬਿਲਕੁਲ ਅਸੀਂ ਖਜ਼ਾਨੇ ਵਿੱਚ ਜਿੰਨੇ ਪੈਸੇ ਆਉਣੇ ਚਾਹੀਦੇ ਨੇ ਇਮਾਨਦਾਰੀ ਦੇ ਨਾਲ, ਉਹ ਜਦੋਂ ਸਾਰੇ ਪੈਸੇ ਖਜ਼ਾਨੇ 'ਚ ਆਉਣ ਲੱਗ ਜਾਣਗੇ ਤਾਂ ਮੈਂ ਸਮਝਦਾ ਪੰਜਾਬ ਦੇ ਖਜ਼ਾਨੇ ਦੀ ਸਿਹਤ ਵੀ ਠੀਕ ਹੋਊਗੀ, ਪੰਜਾਬ ਦਾ ਖਜ਼ਾਨਾ ਵੀ ਠੀਕ ਹੋਊਗਾ। ਪੁਰਾਣੇ ਲੰਬੇ ਅਰਸੇ ਦੌਰਾਨ ਜਿਹੜੀ ਸਾਡੇ ਵਿੱਤੀ ਹਾਲਾਤ ਸੀਗੇ, ਉਹਨਾਂ ਦੇ ਉੱਤੇ ਪੁਰਾਣੀਆਂ ਜਿਹੜੀਆਂ ਸਰਕਾਰਾਂ ਦੀਆਂ, ਪੁਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਨੇਗੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ, ਉਹਨਾਂ ਨੇ ਖਜ਼ਾਨੇ ਵੱਲ ਕਦੇ ਧਿਆਨ ਨਹੀਂ ਦਿੱਤਾ ਕਿ ਖਜ਼ਾਨਾ ਕਿਵੇਂ ਤੇ ਕਿੱਥੋਂ ਭਰੂਗਾ। ਇੱਕ ਮਿੰਟ, ਮੈਨੂੰ ਲੈਟ ਮੀ ਕੰਪਲੀਟ, ਮੈਂ ਜਵਾਬ ਦੇ ਰਿਹਾ ਵੀ ਕਿੱਥੋਂ ਭਰੂਗਾ। ਸੋ ਕਰਜ਼ਾ ਲੈਂਦੇ ਰਹੇ। ਬਿਲਕੁਲ ਹੁਣ ਸਾਨੂੰ ਕਈ ਵਾਰ ਐਸੇ ਕਰਜ਼ੇ ਨੇਗੇ ਜਿਹੜੇ ਉਹ ਵੀ ਸਾਨੂੰ ਕਰਜ਼ਾ ਲੈ ਕੇ ਵਾਪਸ ਕਰਨੇ ਪੈ ਰਹੇ ਨੇਗੇ। ਪਰ ਲੇਕਿਨ ਸਰਕਾਰ ਨੇ, ਮੈਂ ਜਿਹੜੀ ਪੋਜ਼ਿਟਿਵ ਤੁਹਾਨੂੰ ਗੱਲ ਕਰ ਰਿਹਾ ਕਿ ਸਰਕਾਰ ਕਰਜ਼ਾ ਘੱਟ ਲੈ ਰਹੀ ਆ, ਰੀਪੇ
ਮੋੜ ਅਸੀਂ ਵੱਧ ਰਹੇ ਹਾਂ, ਇੱਕ ਸਾਡਾ ਸਰਕਾਰ ਦਾ ਪੋਜ਼ਿਟਿਵ ਜਿਹੜਾ ਹੈਗਾ। ਜਿਵੇਂ ਤੁਸੀਂ ਕਿਹਾ ਕਿ ਕਮਿਟਮੈਂਟਸ ਤਮਾਮ ਪੂਰੀਆਂ ਕੀਤੀਆਂ ਜਾਣਗੀਆਂ, ਇਸੇ ਤਰ੍ਹਾਂ ਜਿਹੜਾ 1000 ਰੁਪਏ ਲੇਡੀਜ਼ ਨੂੰ ਦੇਣ ਜਾਣ ਦਾ ਵਾਅਦਾ ਸੀਗਾ, ਉਸ ਦੀ ਕੋਈ ਡੈਡਲਾਈਨ ਤੈਅ ਕੀਤੀ ਗਈ ਹੈ ਕਿ ਕਦੋਂ ਤੋਂ ਸ਼ੁਰੂਆਤ ਕੀਤੀ ਜਾਵੇਗੀ? ਦੇਖੋ, ਸ਼ੁਰੂਆਤ ਜਿਹੜੀ ਆ ਪੰਜਾਬ ਦੇ ਖਜ਼ਾਨੇ ਦੀ, ਜਿਹੜੀ ਪੰਜਾਬ ਦੇ ਖਜ਼ਾਨੇ ਦੀ ਸਿਹਤ ਆ, ਉਹ ਸੁਧਰਨੀ ਸ਼ੁਰੂ ਹੋਈ ਹੈਗੀ। ਪਹਿਲੇ 4 ਮਹੀਨਿਆਂ ਦੇ ਵਿੱਚ ਇੱਕ ਪੋਜ਼ਿਟਿਵ ਪੱਖ ਜਿਹੜਾ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਸਿਹਤ ਆ ਉਹ ਸੁਧਰਨੀ ਸ਼ੁਰੂ ਹੋਈ ਹੈਗੀ। ਬਿਲਕੁਲ ਇਹ ਜਿਹੜਾ ਤੁਹਾਡਾ ਸਵਾਲ ਹੈਗਾ ਕਿ 1000 ਮਹਿਲਾਵਾਂ ਨੂੰ ਕਦੋਂ ਦੇਣਾਗਾ, ਇਹ ਕਮਿਟਮੈਂਟ ਸਾਡੀ ਪਾਰਟੀ ਵੱਲੋਂ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ, ਸਾਡੀਆਂ ਮਾਵਾਂ ਭੈਣਾਂ ਨਾਲ ਕੀਤੀ ਗਈ ਸੀ। ਇਹਦੇ ਲਈ ਸਮਾਂ ਲੱਗੂਗਾ, ਪਰ ਲੇਕਿਨ ਅਸੀਂ ਉਹ 100% ਉਹ ਕਮਿਟਮੈਂਟ ਪੂਰੀ ਕਰਾਂਗੇ। ਇਸ ਤੋਂ ਪਹਿਲਾਂ ਹੋਰ ਜਿੰਨੀਆਂ ਕਮਿਟਮੈਂਟ ਸੀਆਂ ਸਾਡੀਆਂ, ਜਿੰਨੀਆਂ ਸਾਡੀਆਂ ਗਰੰਟੀਆਂ ਸੀ, ਉਹਨਾਂ ਸਾਰੀਆਂ ਗਰੰਟੀਆਂ ਦੇ ਉੱਤੇ 4 ਮਹੀਨਿਆਂ 'ਚ ਕੰਮ ਸ਼ੁਰੂ ਹੋ ਚੁੱਕਿਆ। ਨਹੀਂ ਤਾਂ ਸਰਕਾਰਾਂ 4 ਸਾਲ ਬਾਅਦ ਜਾਗਦੀਆਂ ਸੀ। ਪਿਛਲੀ ਸਰਕਾਰ ਵੀ 4 ਸਾਲਾਂ ਬਾਅਦ ਜਾਗੀ, ਤੁਸੀਂ ਨੋਟ ਕੀਤਾ ਹੋਊਗਾ ਕਿ 4 ਸਾਲਾਂ ਬਾਅਦ ਸਰਕਾਰ ਜਾਗੀ ਸੀਗੀ, ਔਰ ਜਿਹੜੀ ਉਸ ਤੋਂ ਪਹਿਲੀ ਸਰਕਾਰ ਸੀ ਉਹ ਵੀ 4 ਸਾਲਾਂ ਬਾਅਦ ਜਾਗਦੇ ਸੀ। ਸਾਡੀ ਸਰਕਾਰ ਨੇ 4 ਸਾਲਾਂ ਦੇ ਦੌਰਾਨ ਵੱਡੇ ਫੈਸਲੇ, ਚਾਹੇ ਪੰਜਾਬ ਦੇ ਨੌਜਵਾਨ ਹੋਣ, ਚਾਹੇ ਪੰਜਾਬ ਦੇ ਕਿਸਾਨ ਹੋਣ, ਚਾਹੇ ਪੰਜਾਬ ਦੇ ਵਪਾਰੀ ਹੋਣ, ਚਾਹੇ ਕੋਈ ਵੀ ਵਰਗ ਆ ਪੰਜਾਬ ਦਾ, ਉਹਨਾਂ ਦੇ ਹੱਕ ਵਿੱਚ ਲਏ ਨੇ। ਇਹ ਬਹੁਤ ਇੱਕ ਵੱਡਾ ਪੁਆਇੰਟ ਆ। 26,454 ਨੌਕਰੀਆਂ ਪਹਿਲਾਂ 2 ਮਹੀਨਿਆਂ ਦੇ ਵਿੱਚ ਐਡਵਰਟਾਈਜ਼ਮੈਂਟ ਕਰਨੀਆਂ ਨਹੀਂ, ਤੁਸੀਂ ਸਾਰਿਆਂ ਨੇ ਦੇਖਿਆ ਕਿ ਲਾਸਟ 6 ਮਹੀਨਿਆਂ 'ਚ ਹੁੰਦੀਆਂ ਸੀ, ਔਰ 31000 ਮੁਲਾਜ਼ਮਾਂ ਨੂੰ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਵੀ ਸਰਕਾਰ ਦੇ, ਅਸੀਂ ਉੱਤੇ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ 36,000 ਸਾਡੇ ਕਾਮੇ ਜਿਹੜੇ ਕੰਟਰੈਕਟ ਬੇਸ ਤੇ ਨੇਗੇ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ। ਇਸੇ ਤਰ੍ਹਾਂ ਇੱਕ MLA, ਇੱਕ ਪੈਨਸ਼ਨ ਦਾ ਵਾਅਦਾ ਸੀਗਾ ਕਿ ਇੱਕ MLA ਨੂੰ ਸਿਰਫ ਇੱਕੋ ਪੈਨਸ਼ਨ ਮਿਲੂਗੀ, ਉਹ ਅਸੀਂ ਆਪਦੇ ਵੱਲੋਂ ਕਰਕੇ ਜਿਹੜਾ ਪੂਰਾ ਕੀਤਾਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ 300 ਯੂਨਿਟ ਬਿਜਲੀ ਦੇ ਹਰੇਕ ਘਰ ਨੂੰ ਦੇਣੇ ਸੀਗੇ, ਉਹ 1 ਜੁਲਾਈ ਤੋਂ ਜਿਹੜੀ ਲਾਗੂ ਹੋ ਚੁੱਕਿਆ ਹੈਗਾ। ਸੋ ਮੇਰਾ ਕਹਿਣ ਦਾ ਭਾਵ ਆ, ਸਰਕਾਰ ਜਿਹੜੀ ਆ, ਜਿੱਥੇ ਐਡਾ ਵੱਡਾ ਫਾਈਨੈਂਸ਼ੀਅਲ ਬਰਡਨ ਹੈਗਾ, ਜਿੱਥੇ ਐਡਾ ਵੱਡਾ ਪਹਾੜ ਜਿੱਡਾ ਕਰਜ਼ਾ ਹੈਗਾ, ਔਰ ਜਿੰਨੀਆਂ ਕਮਿਟਮੈਂਟ ਨੇ ਜਿੰਨੀਆਂ ਉਹ ਸਾਰੀਆਂ ਪੂਰੀਆਂ ਕਰ ਰਹੇ ਆ। ਔਰ ਉਹ ਕਰਜ਼ੇ ਨੂੰ ਲਾਹੁਣ ਦੀ ਜ਼ਿੰਮੇਵਾਰੀ ਪੰਜਾਬੀਆਂ ਨੇ, ਪੰਜਾਬ ਦੇ ਲੋਕਾਂ ਨੇ, ਸਾਡੀ ਸਰਕਾਰ ਦੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ, ਆਮ ਆਦਮੀ ਪਾਰਟੀ ਦੀ ਲਾਈ ਆ, ਉਹ ਬਾਖੂਬੀ ਨਿਭਾ ਰਹੇ ਆ। ਅੱਜ ਅਸੀਂ ਫੈਸਲਾ ਕੀਤਾਗਾ ਕਿ ਜਿਹੜੇ ਸਟੇਕ ਹੋਲਡਰ ਨੇ, ਜਿਹੜੇ ਨੌਜਵਾਨ ਕੰਟਰੈਕਟ ਤੇ ਰੱਖੇ ਹੋਏ ਨੇ, ਉਹਨਾਂ ਜਿੰਨੀਆਂ ਵੀ ਯੂਨੀਅਨਸ ਨੇਗੀਆਂ ਉਹਨਾਂ ਦੀਆਂ, ਚਾਹੇ ਉਹ ਐਜੂਕੇਸ਼ਨ 'ਚ ਕੰਮ ਕਰਦੇ ਨੇ, ਚਾਹੇ ਉਹ ਹੈਲਥ 'ਚ ਕੰਮ ਕਰਦੇ ਨੇ, ਉਹਨਾਂ ਸਾਰਿਆਂ ਦੇ ਨਾਲ ਪੜਾਅਵਾਰ ਮੀਟਿੰਗਾਂ ਕਰਕੇ ਉਹਨਾਂ ਤੋਂ, ਕਿਉਂਕਿ ਬਹੁਤ ਸਾਰੀਆਂ ਨੇ ਕਾਨੂੰਨੀ ਅੜਚਨਾਂ ਨੇਗੀਆਂ, ਬਹੁਤ ਸਾਰੀਆਂ ਕਾਨੂੰਨੀ ਅੜਚਨਾਂ ਨੇਗੀਆਂ, ਉਹ ਅੜਚਨਾਂ ਉਹਨਾਂ ਤੋਂ ਵੀ ਸੁਝਾਅ ਲੈ ਲਈਏ। ਕਈ ਵਾਰ ਕੀ ਹੁੰਦਾ, ਉਹਨਾਂ ਕੋਲੇ ਵੀ ਅੱਛੇ ਸੁਝਾਅ ਨੇਗੇ, ਉਹ ਸਾਰੇ ਸੁਝਾਅ ਲੈ ਕੇ ਅਸੀਂ ਜਿਹੜਾ ਉਹਨਾਂ ਦਾ ਹੱਲ ਕਰਾਂਗੇ। ਸਾਰੀਆਂ ਯੂਨੀਅਨ ਜੋ ਅਸੀਂ ਸੁਣ ਰਹੇ ਹਾਂ। ਦੇਖੋ, ਸਾਡੇ ਵੱਲੋਂ ਬਿੱਲ ਨਹੀਂ, ਅਸੀਂ ਜਿਹੜਾ ਉਹ ਬਿੱਲ ਪਾਸ ਕਰਕੇ ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜਿਆਗਾ। ਮਾਨਯੋਗ ਗਵਰਨਰ ਸਾਹਿਬ ਨੇ ਜਿਹੜਾ ਉਹ ਪਾਸ ਕਰਨਾਗਾ। ਬਿਲਕੁਲ ਸਰਕਾਰ ਸੰਜੀਦਾ ਗਈ, ਅਸੀਂ ਆਪਣਾ ਰੋਲ ਨਿਭਾਇਆਗਾ। ਮੈਨੂੰ ਪੂਰਨ ਆਸਾ ਕਿ ਮਾਨਯੋਗ ਗਵਰਨਰ ਸਾਹਿਬ ਬੜੀ ਜਲਦੀ ਜਿਹੜਾ ਹੈਗਾ ਉਹਨੂੰ ਪਾਸ ਕਰਕੇ ਭੇਜੇਗਾ। ਦੇਖੋ, ਮੈਂ ਫਿਰ ਸਪਸ਼ਟ ਕਰ ਰਿਹਾ ਕਿ ਉਹ ਬਿੱਲ ਜਿਹੜਾ ਹੈਗਾ ਸਾਡੀ ਕੈਬਨਿਟ ਵੱਲੋਂ ਪਾਸ ਪਹਿਲਾਂ ਕੀਤਾ ਗਿਆ ਸੀਗਾ, ਵਿਧਾਨ ਸਭਾ 'ਚ ਪਾਸ ਹੋ ਚੁੱਕਿਆ ਹੈਗਾ। ਉਹ ਮਾਨਯੋਗ ਜਿਹੜਾ ਹੈ ਗਵਰਨਰ ਸਾਹਿਬ ਕੋਲੇ ਪੈਂਡਿੰਗ ਪਿਆ ਹੈਗਾ, ਪਰ ਲੇਕਿਨ ਪਾਸ ਹੋ ਕੇ ਜਲਦੀ ਆ ਰਿਹਾ, ਔਰ ਉਸ ਤੋਂ ਬਾਅਦ ਸਾਰੀਆਂ ਖਤਮ ਹੋ ਕਰੋੜ ਦਾ ਕਰਜ਼ਾ ਹੈਗਾ, ਤੁਸੀਂ ਟਿੱਚਾ ਕੀ ਮਿੱਥ ਰਹੇ ਹੋ ਕਿ ਇਸ ਸਾਲ ਦੇ ਵਿੱਚ ਇੰਨਾ ਕੁ ਤਾਂ ਕਰਜ਼ਾ ਲਾ ਦੇਾਂਗੇ ਜਾਂ 5 ਸਾਲਾਂ 'ਚ ਇੰਨਾ ਕੁ ਲਾ ਦੇਾਂਗੇ, ਕੁਝ ਸੋਚ ਕੇ ਤਾਂ ਚੱਲਿਆ? ਦੇਖੋ, ਸਰਕਾਰ ਜਿਹੜੀ ਆ, ਅਸੀਂ ਇਹਨਾਂ 4 ਮਹੀਨਿਆਂ ਦੇ ਦੌਰਾਨ 2266 ਕਰੋੜ ਰੁਪਏ ਦਾ ਐਡੀਸ਼ਨਲ ਜਿਹੜਾ ਜਿੰਨਾ ਅਸੀਂ ਲਿਆ ਸੀ ਉਹ ਤੋਂ ਪੇ ਕੀਤਾਗਾ। ਤੁਸੀਂ ਇੱਥੋਂ ਦੇਖੋ ਕਿ ਸਰਕਾਰ ਦੀ ਮਨਸ਼ਾ, ਸਰਕਾਰ ਦੀ ਨੀਅਤ ਜਿਹੜੀ ਆ ਉਹ ਸਾਫ਼ ਆ। ਤੁਹਾਡੀ ਪਾਰਟੀਆਂ ਵੱਲੋਂ ਇਲਜ਼ਾਮ ਲੱਗ ਰਿਹਾ ਕਿ ਅਸ਼ੋਕ ਮਿੱਤਲ ਜੀ ਨੇ ਜੋ ਪੰਚਾਇਤੀ ਜ਼ਮੀਨ ਜਿਹੜੀ ਦੱਬੀ ਹੋਈ ਹੈ ਤੇ ਪੂਰੀ ਜ਼ਮੀਨਾਂ ਛੁਡਾ ਵੀ ਰਹੀ ਹੋ, ਵਿਰੋਧੀ ਪਾਰਟੀ ਨੂੰ ਘੇਰ ਰਹੇ ਨੇ, ਇੱਥੇ ਕੀ ਹੋਗਾ? ਦੇਖੋ, ਮੇਰੇ ਕੋਲੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਗੱਲ ਸਾਹਮਣੇ ਆਈ ਤੁਹਾਡੇ ਜਰੀਏ, ਕੋਈ ਵੀ ਆ ਪੰਜਾਬ ਵਿੱਚ, ਚਾਹੇ ਸਾਡਾ ਚਾਹੇ ਬਗਾਨਾ, ਜਿਹਨੇ ਜ਼ਮੀਨ ਦੱਬੀ ਆ ਪੰਜਾਬ ਵਿੱਚ, ਉਹ ਜ਼ਮੀਨ ਜੇ ਸਰਕਾਰੀ ਆ ਤਾਂ ਉਹ ਛੁਡਾਈ ਜਾਊਗੀ।